ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਸਭ ਤੋਂ ਪਹਿਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਬੁਲਾਓ ਜੀ। ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸਾਡੇ ਸਭਨਾਂ ਦੇ ਉੱਪਰ ਬਹੁਤ ਕਿਰਪਾ ਕੀਤੀ ਹੈ। ਸਾਨੂੰ ਆਪਣੇ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਹੁੰਦੀ। ਜਿਸ ਦੇ ਉੱਪਰ ਮਾਲਕ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਸ ਨੂੰ ਹੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜਨਾ ਨਸੀਬ ਹੁੰਦਾ ਹੈ। ਅੰਮ੍ਰਿਤ ਵੇਲੇ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹਨ। ਬੇਅੰਤ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰ ਰਹੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਇਸ ਸਥਾਨ ਤੇ ਗੁਰਬਾਣੀ ਪ੍ਰਵਾਹ ਚੱਲ ਰਹੇ ਹਨ। ਜਿਸ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਰਾਗ ਮਾਰੂ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸ਼ਬਦਾਂ ਦੀ ਕਥਾ ਚੱਲ ਰਹੀ ਹੈ। ਰਾਗ ਮਾਰੂ ਸ਼ਾਮ ਨੂੰ ਗਾਏ ਜਾਣ ਵਾਲਾ ਇਹ ਰਾਗ ਹੈ ਔਰ ਬਹੁਤ ਹੀ ਕਠਨ ਰਾਗਾਂ ਦੇ ਵਿੱਚ ਇਸ ਦੀ ਗਿਣਤੀ ਆਉਂਦੀ ਹੈ। ਜਿਸ ਨੇ ਪੂਰੀ ਮਿਹਨਤ ਨਾ ਕੀਤੀ ਹੋਵੇ, ਪੂਰੀ ਸਿੱਖਿਆ ਨਾ ਲਈ ਹੋਵੇ, ਉਹ ਇਸ ਰਾਗ ਨੂੰ ਸਹੀ ਢੰਗ ਨਾਲ ਗਾ ਨਹੀਂ ਸਕਦਾ। ਰਾਗ ਮਾਰੂ ਭਾਰਤੀ ਸ਼ਾਸਤਰੀ ਸੰਗੀਤ ਦੇ ਗ੍ਰੰਥਾਂ ਵਿੱਚ ਵੀ ਇਸ ਦਾ ਉਲੇਖ ਮਿਲਦਾ ਹੈ। ਵੱਖ-ਵੱਖ ਨਾਵਾਂ ਨਾਲ ਇਸ ਰਾਗ ਦੇ ਉਲੇਖ ਮਿਲਦੇ ਹਨ। ਰਾਗ ਮਾਰੂ ਇਹ ਬੀਰ ਰਸੀ ਰਾਗ ਮੰਨਿਆ ਗਿਆ ਹੈ। ਬੀਰ ਰਸ ਦਾ, ਸੂਰਮਿਆਂ ਦਾ, ਯੋਧਿਆਂ ਦਾ ਇਹ ਰਾਗ ਮੰਨਿਆ ਗਿਆ ਹੈ। ਰਾਗ ਮਾਰੂ ਵਿੱਚ ਹੀ ਭਗਤ ਕਬੀਰ ਜੀ ਦੇ 2 ਸ਼ਲੋਕ ਬਹੁਤ ਹੀ ਪ੍ਰਸਿੱਧ ਹਨ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, खेत जो मांडियो सूरमा अब जूझन को दाओ।
सूरा सो पहचानिए जो लरै दीन के हेत, पुरजा पुरजा कट मरै कबहू ना छाड़ै खेत। ਇਹ ਦੋ ਸ਼ਲੋਕ ਭਗਤ ਕਬੀਰ ਜੀ ਦੇ ਹਨ ਤੇ ਦੋਨੋਂ ਸ਼ਲੋਕ ਰਾਗ ਮਾਰੂ ਵਿੱਚ ਹਨ। ਇਹ ਰਾਗ ਸੂਰਮਿਆਂ ਦਾ, ਯੋਧਿਆਂ ਦਾ ਮੰਨਿਆ ਗਿਆ ਹੈ। ਵੀਰ ਰਸ ਵਾਲਾ ਰਾਗ ਇਹ ਮੰਨਿਆ ਗਿਆ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਸ਼ਬਦ ਦੇ ਰਹਾਉ ਦੇ ਪਦ ਵਿੱਚ ਕਿਰਪਾ ਕਰਦੇ ਹਨ। ਇਹ ਮਨ ਹਰ ਜਿਉ ਚੇਤ ਤੂੰ, ਮਨਹੁ ਤਜ ਵਿਕਾਰ, ਗੁਰ ਕੈ ਸ਼ਬਦ ਧਿਆਏ ਤੂੰ, ਸੱਚ ਲੱਗੀ ਪਿਆਰ। ਸਤਿਗੁਰੂ ਜੀ ਕਹਿੰਦੇ ਨੇ, ਹੇ ਮਨ ਤੂੰ ਉਸ ਪਰਮਾਤਮਾ ਨੂੰ ਚੇਤੇ ਕਰ, ਯਾਦ ਕਰ। ਪਰ ਕਿਵੇਂ ਯਾਦ ਕਰ? ਮਨਹੁ ਤਜ ਵਿਕਾਰ, ਮਨ ਤੋਂ ਵਿਕਾਰ ਤਜ ਕੇ, ਮਨ ਤੋਂ ਵਿਕਾਰ ਛੱਡ ਕੇ। ਭਾਵ ਉਸ ਪਰਮਾਤਮਾ ਨੂੰ ਯਾਦ ਕਰਨ ਵੇਲੇ ਤੇਰੇ ਅੰਦਰ ਕੋਈ ਇੱਛਾ ਨਾ ਹੋਵੇ, ਕੋਈ ਵਾਸ਼ਨਾ ਨਾ ਹੋਵੇ, ਕੋਈ ਚਾਹਤ ਨਾ ਹੋਵੇ। ਵਿਕਾਰ, ਜਦੋਂ ਮਨੁੱਖ ਨਾਮ ਜਪਦਾ ਹੈ ਤਾਂ ਵਿਕਾਰ ਆਪਣਾ ਰੂਪ ਬਦਲ ਕੇ ਮਨੁੱਖ ਦੇ ਉੱਪਰ ਹਮਲਾ ਕਰਦੇ ਹਨ। ਜਦੋਂ ਮਨੁੱਖ ਪਾਠ ਕਰਦਾ ਹੈ, ਸੇਵਾ ਕਰਦਾ ਹੈ, ਨਾਮ ਸਿਮਰਦਾ ਹੈ, ਤਾਂ ਮਨੁੱਖ ਦੇ ਮਨ ਵਿੱਚ ਇਹ ਬਾਰ-ਬਾਰ ਖਿਆਲ ਆਉਂਦਾ ਹੈ ਕਿ ਇਸ ਦਾ ਮੈਨੂੰ ਕੀ ਫਲ ਮਿਲੇਗਾ, ਇਸ ਦਾ ਮੈਨੂੰ ਕੀ ਲਾਭ ਮਿਲੇਗਾ। ਜਾਂ ਮਨੁੱਖ ਸੋਚਦਾ ਹੈ ਮੇਰਾ ਫਲਾਨਾ ਕੰਮ ਅੜਿਆ ਹੋਇਆ, ਉਹ ਹੋ ਜਾਏਗਾ। ਮੈਂ ਇੰਨੇ ਦਿਨ ਪਾਠ ਕਰਦਾ ਹਾਂ, ਫਿਰ ਇਹ ਮੇਰਾ ਕੰਮ ਹੋ ਜਾਏਗਾ। ਮੈਂ ਇੰਨੇ ਦਿਨ ਸੇਵਾ ਕਰਦਾ ਹਾਂ, ਇੰਨੇ ਦਿਨ ਬਾਣੀ ਪੜ੍ਹਦਾ ਹਾਂ, ਫਿਰ ਮੇਰਾ ਫਲਾਨਾ ਕੰਮ ਹੋ ਜਾਏਗਾ। ਇਹ ਵਿਕਾਰ ਹੈ, ਇਸ ਨੂੰ ਵਿਕਾਰ ਕਹਿੰਦੇ ਹਨ। ਵਿਕਾਰ ਦਾ ਅਰਥ ਹੁੰਦਾ ਹੈ ਜੋ ਚੀਜ਼ ਸਾਨੂੰ ਸੱਚਾਈ ਤੋਂ ਉਲਟ ਪਾਸੇ ਲੈ ਕੇ ਜਾਂਦੀ ਹੈ। ਵਿਕਾਰ ਦਾ ਅਰਥ ਹੁੰਦਾ ਹੈ ਜੋ ਵਿਚਾਰ ਸਾਨੂੰ ਪਰਮਾਤਮਾ ਨਾਲੋਂ ਤੋੜਦਾ ਹੈ। ਵਿਕਾਰ ਦਾ ਅਰਥ ਹੁੰਦਾ ਹੈ ਜੋ ਵਿਚਾਰ ਸਾਨੂੰ ਅਸਲੀਅਤ, ਸੱਚਾਈ ਤੋਂ ਲਾਂਭੇ ਲੈ ਕੇ ਜਾਂਦਾ ਹੈ। ਵਿਕਾਰ ਆਪਣਾ ਰੂਪ ਬਦਲਦੇ ਰਹਿੰਦੇ ਹਨ। ਆਮ ਤੌਰ ਤੇ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਅਸੀਂ 5 ਵਿਕਾਰ ਮੰਨਦੇ ਹਾਂ। ਇਹ 5 ਵਿਕਾਰ ਸਾਡੇ ਅੰਦਰ ਨੇ, ਲੇਕਿਨ ਸਮੇਂ ਦੇ ਲਿਹਾਜ਼ ਨਾਲ ਇਹ 5 ਵਿਕਾਰ ਆਪਣਾ ਰੂਪ ਬਦਲ ਲੈਂਦੇ ਹਨ, ਆਪਣਾ ਰੂਪ ਬਦਲ ਲੈਂਦੇ ਹਨ। ਇਹ ਵਿਕਾਰ ਕਦੀ ਨਿੰਦਿਆ ਦੇ ਰੂਪ ਵਿੱਚ, ਇਹ ਵਿਕਾਰ ਕਦੇ ਈਰਖਾ ਦੇ ਰੂਪ ਵਿੱਚ, ਇਹ ਵਿਕਾਰ ਕਦੇ ਵੈਰ ਦੇ ਰੂਪ ਵਿੱਚ, ਇਹ ਵਿਕਾਰ ਕਦੇ ਝੂਠ ਬੋਲਣ ਦੇ ਰੂਪ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਇਹ ਵਿਕਾਰ ਮਨੁੱਖ ਦੇ ਅੰਦਰ ਸਫੁਰਤ ਹੁੰਦੇ ਹਨ, ਆਪਣਾ ਰੂਪ ਬਦਲ ਲੈਂਦੇ ਹਨ। ਸਤਿਗੁਰੂ ਜੀ ਨੇ ਬਾਣੀ ਵਿੱਚ ਇਹਨਾਂ ਵਿਕਾਰਾਂ ਨੂੰ ਚੋਰ ਕਿਹਾ ਹੈ। ਚੋਰ, ਚੋਰ ਦਾ ਅਰਥ ਹੁੰਦਾ ਹੈ ਜੋ ਸਾਡਾ ਕੀਮਤੀ ਸਮਾਨ ਚੁਰਾ ਲੈ ਜਾਂਦਾ ਪਰ ਦਿਸਦਾ ਨਹੀਂ ਹੈ। ਚੋਰੀ ਦਾ ਅਰਥ ਹੁੰਦਾ ਹੈ ਛੁਪਾਣਾ।
ਚੋਰ ਦਾ ਅਰਥ ਹੁੰਦਾ ਛੁਪਾਉਣ ਵਾਲਾ। ਤੁਸੀਂ ਕਦੇ ਨਿਰਣਾ ਕਰਕੇ ਦੇਖਿਓ, ਚੋਰ ਦਿਸਦਾ ਵੀ ਨਹੀਂ ਤੇ ਚੀਜ਼ ਵੀ ਚੁਰਾ ਲਿਜਾਂਦਾ ਹੈ। ਆਪਾਂ ਮਗਰੋਂ ਲੱਭਦੇ ਰਹਿੰਦੇ ਹਾਂ। ਚੋਰ ਦਿਸਦਾ ਨਹੀਂ ਹੈ। ਜੇ ਦਿਸ ਹੀ ਪਿਆ ਤੇ ਫਿਰ ਚੋਰ ਕਾਹਦਾ ਹੋਇਆ? ਚੋਰ ਦਿਸਦਾ ਨਹੀਂ ਤੇ ਜਦੋਂ ਚੋਰੀ ਕਰਦਾ ਫਿਰ ਵੀ ਪਤਾ ਨਹੀਂ ਲੱਗਦਾ। ਜਦੋਂ ਚੋਰੀ ਹੋ ਜਾਂਦੀ ਹੈ ਫਿਰ ਪਤਾ ਲੱਗਦਾ ਕਿ ਇਹ ਚੀਜ਼ ਸਾਡੀ ਚੁਰਾਈ ਗਈ ਹੈ। ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਤੇਰੀ ਇਸ ਕਾਇਆ ਦੇ ਅੰਦਰ 5 ਚੋਰ ਵਸਦੇ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਚਨ ਨੇ। ਮਹਾਰਾਜ ਕਹਿੰਦੇ ਨੇ ਇਸ ਦੇਹੀ ਅੰਦਰ 5 ਚੋਰ ਵਸੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟਹਿ ਮਨਮੁਖ ਨਹੀਂ ਬੂਝੈ। ਕੋਇ ਨਾ ਸੁਣੈ ਪੁਕਾਰਾ। ਅੰਮ੍ਰਿਤ ਲੂਟਹਿ। ਅੰਮ੍ਰਿਤ, ਸਾਡੇ ਅੰਦਰਲਾ ਅੰਮ੍ਰਿਤ, ਸਾਡੇ ਅੰਦਰਲਾ ਰਸ, ਸਾਡੇ ਅੰਦਰਲਾ ਆਨੰਦ, ਸਾਡੇ ਅੰਦਰਲੇ ਚੰਗੇ ਗੁਣ, ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਖਿਮਾ, ਸ਼ਾਂਤੀ, ਨਿਮਰਤਾ, ਸਦਭਾਵਨਾ, ਪਿਆਰ, ਇਹ ਸਭ ਕੁਝ ਇਹ 5 ਚੋਰ ਲੁੱਟ ਲੈ ਜਾਂਦੇ ਹਨ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਆਪ ਹੁਦਰੇ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ। ਇਹਨਾਂ 5 ਚੋਰਾਂ ਨੇ ਸਾਨੂੰ ਅੰਦਰੋਂ ਕਦੋਂ ਖਾਲੀ ਕਰ ਦਿੱਤਾ ਸਾਨੂੰ ਪਤਾ ਵੀ ਨਹੀਂ ਲੱਗਦਾ। ਨਾ ਸਾਡੇ ਅੰਦਰ ਸਹਿਜ, ਨਾ ਸਾਡੇ ਅੰਦਰ ਸ਼ਾਂਤੀ, ਨਾ ਸਾਡੇ ਅੰਦਰ ਪਿਆਰ, ਨਾ ਸਾਡੇ ਅੰਦਰ ਕੋਈ ਰਸ, ਨਾ ਸਾਡੇ ਅੰਦਰ ਕੋਈ ਸੱਚ, ਕੁਛ ਵੀ ਨਹੀਂ। ਸਾਡੇ ਅੰਦਰ ਕੁਛ ਵੀ ਨਹੀਂ, ਅਸੀਂ ਅੰਦਰੋਂ ਖਾਲੀ। ਲੇਕਿਨ ਗੁਰੂ ਜੀ ਕਹਿੰਦੇ ਨੇ ਮਨਮੁਖ ਨਹੀਂ ਬੂਝੈ। ਆਪ ਹੁਦਰਾ ਮਨੁੱਖ ਇਸ ਗੱਲ ਨੂੰ ਸਮਝਦਾ ਹੀ ਨਹੀਂ ਕਿ ਮੈਂ ਅੰਦਰੋਂ ਖਾਲੀ ਕਿਉਂ ਹੋ ਗਿਆ। ਬਿਲਕੁਲ ਇਸ ਤਰ੍ਹਾਂ ਜਿਵੇਂ ਕਿਸੇ ਅਮੀਰ ਬੰਦੇ ਦਾ ਘਰ ਲੁੱਟਿਆ ਗਿਆ ਹੋਵੇ, ਘਰ ਦੇ ਵਿੱਚ ਕੋਈ ਕੀਮਤੀ ਚੀਜ਼ ਹੋਵੇ ਹੀ ਨਾ, ਕੂੜਾ ਕਰਕਟ ਖਿਲਰਿਆ ਹੋਇਆ ਹੋਵੇ ਤੇ ਉਹਨੂੰ ਪਤਾ ਹੀ ਨਾ ਲੱਗੇ ਕਿ ਮੇਰਾ ਘਰ ਲੁੱਟਿਆ ਗਿਆ, ਮੇਰੇ ਘਰ ਦੇ ਵਿੱਚ ਕੂੜਾ ਕਰਕਟ ਆ ਗਿਆ, ਮੈਂ ਕੂੜੇ ਕਰਕਟ ਨੂੰ ਆਪਣਾ ਅਸਲੀ ਸਹੀ ਸਮਾਨ ਸਮਝ ਕੇ ਬੈਠਾ, ਉਹਨੂੰ ਪਤਾ ਹੀ ਨਾ ਲੱਗੇ। ਇਹ ਹਾਲਤ ਮਨੁੱਖ ਦੀ ਹੋਈ ਪਈ ਹੈ। 5 ਵਿਕਾਰਾਂ ਨੇ ਸਾਨੂੰ ਅੰਦਰੋਂ ਲੁੱਟ ਲਿਆ ਹੈ। ਸਾਡੇ ਚੰਗੇ ਗੁਣ ਲੁੱਟ ਲਏ ਹਨ ਤੇ ਸਾਨੂੰ ਪਤਾ ਹੀ ਨਹੀਂ ਹੈ। ਸਾਨੂੰ ਪਤਾ ਹੀ ਨਹੀਂ ਕਿ ਸਾਡੇ ਅੰਦਰ ਸ਼ਾਂਤੀ ਨਹੀਂ, ਸਾਡੇ ਅੰਦਰ ਸੁੱਖ ਨਹੀਂ, ਸਾਡੇ ਅੰਦਰ ਆਨੰਦ ਨਹੀਂ, ਸਾਡੇ ਅੰਦਰ ਟਿਕਾਓ ਨਹੀਂ, ਸਾਡੇ ਕੋਲ ਮਿੱਠੇ ਬੋਲ ਨਹੀਂ, ਸਾਡੇ ਕੋਲ ਇਮਾਨਦਾਰੀ ਨਹੀਂ। ਅਸੀਂ ਸਮਝਦੇ ਨਹੀਂ। ਮਹਾਰਾਜ ਕਹਿੰਦੇ ਨੇ ਜਦੋਂ ਸਮਝ ਆਉਂਦੀ ਹੈ ਕਿ ਉਹ ਇਹ ਕੀ ਹੋ ਗਿਆ, ਕੋਈ ਨਾ ਸੁਣਿਆ ਪੁਕਾਰਾ, ਫੇਰ ਪੁਕਾਰ ਕੋਈ ਨਹੀਂ ਸੁਣਦਾ, ਫੇਰ ਨਹੀਂ ਕੋਈ ਸੁਣਦਾ। ਇਹ ਤੇ ਸਤਿਗੁਰੂ ਹੈ, ਜਿਹੜਾ ਸਤਿਗੁਰੂ ਸਾਨੂੰ ਪਹਿਲੇ ਹੀ ਸੁਚੇਤ ਕਰਵਾਈ ਜਾ ਰਿਹਾ ਹੈ, ਸੁਚੇਤ ਕਰਵਾਈ ਜਾ ਰਿਹਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਇੱਕ ਬਹੁਤ ਹੀ ਕੀਮਤੀ ਬਚਨ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਦੇਖ, ਤੇਰਾ ਇੱਕ ਘਰ ਹੈ ਤੇ ਉਸ ਨੂੰ ਇੱਕ ਹੀ ਦਰਵਾਜ਼ਾ ਹੈ। ਸਾਡੇ ਜਿਹੜੇ ਘਰ ਨੇ ਉਹਨਾਂ ਨੂੰ ਇੱਕ ਹੀ ਦਰਵਾਜ਼ਾ ਹੈ ਨਾ, ਵੱਧ ਤੋਂ ਵੱਧ 2 ਹੋਣਗੇ। ਜਿਹੜਾ ਅਸੀਂ ਮਗਰ ਗਾਰਡਨ ਵਿੱਚ ਰੱਖ ਲੈਂਦੇ ਹਾਂ ਉਹ ਤੇ ਆਮ ਤੌਰ ਤੇ ਬੰਦ ਹੀ ਰਹਿੰਦਾ। ਸਾਡਾ ਮੇਨ ਦਰਵਾਜ਼ਾ ਤੇ ਇੱਕ ਹੀ ਹੁੰਦਾ ਨਾ, ਜਿੱਥੋਂ ਹਰ ਰਿਸ਼ਤੇਦਾਰ ਆਉਂਦਾ, ਜਿੱਥੋਂ ਅਸੀਂ ਵੀ ਇੰਟਰ ਕਰਦੇ ਹਾਂ, ਮੇਨ ਇੱਕ ਦਰਵਾਜ਼ਾ ਹੁੰਦਾ। ਘਰ ਕਿੱਡਾ ਵੀ ਹੋਵੇ ਉਹਦਾ ਮੇਨ ਦਰਵਾਜ਼ਾ ਇੱਕ ਹੁੰਦਾ ਹੈ।
जिथों सारिਆਂ ने अंदर प्रवेश करना हुंदा। एक जदों घर दा एक दरवाजा होवेगा, किसी भी इमारत दा एक दरवाजा होवेगा, एक मेन गेट होवेगा, उत्थे तुसीं पहरेदार भी बिठा दिओगे, उत्थे तुसीं कैमरा भी ला दिओगे, उसनूं तुसीं जंदरा भी मार दिओगे। ते जे एक घर नूं 10 दरवाजे होण, किसी एक इमारत नूं 10 दरवाजे होण, फिर 10 की जिम्मेवारी रखनी कितनी औखी हो जाती है। एक दरवाजे की तो जिम्मेवारी की जा सकती भी चलो पहरेदार रख दिओ, कैमरा ला दिओ, जंदरा मार दिओ, ते जे 10 होण फिर कितना औखा। सतगुरु जी इत्थे सानूं इस तों भी बारीक नुकता समझाते हैं। कहण लगे तेरा शरीर एक घर है ते इस दे 10 दरवाजे ने, इस दे 10 दरवाजे ने, ते दरवाजे भी वो जिन्हां नूं तखते ही नहीं, जिन्हां नूं खिड़क ही नहीं। दरवाजे का अर्थ की हुंदा? जिस तरह सामने असीं दरवाजा रखिया होया पर उहनूं नाल तख्ते लाए हुए ने, लक्कड़ के तख्ते लाए हुए ने। दरवाजा भेड़ दिओ बंद हो गया, जंदरा मार दिओ बिल्कुल बंद हो गया। ते जे तख्ते होणे ही ना, एक खिड़क जिन्हों असीं कह दिंदे हां, ये होणे ही ना, जिन्हों असीं इंग्लिश में डोर कह दिंदे हां, जे होवे ही ना, बिल्कुल उही ओपन होवे, खुला होवे, ते होण भी 10। महाराज कहंदे ने तेरा ये शरीर एक घर है, ਇਹਦੇ 10 दरवाजे ने पर डोरा नहीं, उन्होंने तख्ते नहीं, उन्होंने खिड़क नहीं, वो खुले ने, ओपन खुले ने। सच्चे पातशाह कहते ने एक दरवाजे की ते तू राखी रख सकदा, 10 की कित्थों रख लेगा। मंदिर एक गृह 10 द्वार है जाके, एक गृह 10 द्वार है जाके, अहनिस तस्कर 5 चोर लगैया। धन गुरु रामदास साहब सच्चे पातशाह कहते ने घर एक, द्वारे 10, ते 5 चोर रात दिन चोरी करन ते लगे हुए हन। घर एक होवे, ओनू 10 द्वार होण, ते द्वार भी वो होण जिन्हां नूं खिड़के ही ना होण, तख्ते ही ना होण, खुले होण, ते 5 चोर उन्हां 10 द्वारियां दे राही रात दिन लुट रहे होण। हुण आप अंदाजा लाओ कि उस घर दा बनेगा की। शरीर साडा एक घर है, इहदे 10 द्वार ने, ते खिड़क है ही नहीं। अखां नूं कोई खिड़क नहीं, कन्नां नूं कोई खिड़क नहीं, नासकां नूं कोई खिड़क नहीं, जबान नूं कोई खिड़क नहीं, ये तो खुले ने, ओपन ने। 10 द्वार विद्वानां ने मन्ने ने। जिस तरह तुसीं आनंद साहिब दे विच एक बचन पढ़दे हो, हर जियो गुफा अंदर रख के वाजा पवन बजाया, बजाया वाजा पौन 9 द्वारे प्रगट किए, 10वां गुप्त रखाया। 9 द्वार, 2 साडियां अखां ने, 2 साडे कंन ने, 2 साडियां नासकां दे सराख ने, 6 हो गए, ते 7वां साडा मूँह है, 8वां ते 9वां ये मल मूत्र के स्थान ने, 10वां साडा दिमाग है जिहड़ा दिसदा नहीं है। दिमाग दिसदा नहीं है, साडा दिमाग कित्थे गया किसी नूं की पता, साडी सुरत कित्थे गई किसी नूं की पता। ये 10 द्वार ने। सच्चे पातशाह कहंदे ने ये 10 द्वार तख्तियां तो रहत ने, काच कोटन रचंत तोयन लेपनन रक्त चरमण है, नवंत द्वारन भीत रहतन। भीत भित भित्तां, खिड़क दरवाजे, नवंत द्वारन भीत रहतन, बाह्य रूप स्तंभन है। गुरु रामदास जी महाराज कहते हैं एक ग्रहो 10 द्वार है जाके, अहनिस तस्कर 5 चोर लगैया, धर्म अर्थ सब हिरलै जावै, मनमुख अंधले खबर ना पई जा। इस आप उदरे नूं खबर ही नहीं। ये 5 चोरां ने इन्हां 9 दरवाजियां दे राही, 10 दरवाजियां दे राही
ਸਾਡੇ ਧਰਮ ਅਰਥ ਭਾਵ ਚੰਗੇ ਗੁਣ ਹਿਰ ਲਏ ਹਨ, ਚੁਰਾ ਲਏ ਹਨ, ਪਰ ਸਾਨੂੰ ਪਤਾ ਹੀ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਹੈ। ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਸਤਿਗੁਰੂ ਜੀ ਕਹਿੰਦੇ ਨੇ, ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਸਾਨੂੰ ਸਮਝਾਉਂਦੇ ਨੇ, ਇਹ ਮਨ ਹਰ ਜੀਓ ਚੇਤ ਤੂੰ, ਮਨ ਹੋ ਤਜ ਵਿਕਾਰ। ਹੇ ਮਨ ਪ੍ਰਮਾਤਮਾ ਨੂੰ ਚੇਤੇ ਕਰ, ਪਰ ਮਨ ਤੋਂ ਵਿਕਾਰਾਂ ਨੂੰ ਛੱਡ, ਬੁਰੀ ਸੋਚ ਛੱਡ, ਬੁਰੇ ਖਿਆਲ ਛੱਡ, ਪਿਆਰ ਵਿੱਚ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਪਰਮਾਤਮਾ ਦੇ ਨਾਲ ਸੁਰਤ ਜੋੜ। ਇਹ ਨਾ ਸੋਚ ਕਿ ਇਸ ਦਾ ਮੈਨੂੰ ਕੀ ਮਿਲੇਗਾ, ਕੀ ਨਹੀਂ ਮਿਲੇਗਾ, ਨਾ, ਇਸ ਤਰ੍ਹਾਂ ਨਾ ਸੋਚ। ਜੇ ਤੂੰ ਪਰਮਾਤਮਾ ਨੂੰ ਯਾਦ ਕਰਦਾ ਹੈ, ਉਸ ਦਾ ਫਲ ਤੈਨੂੰ ਅਵਸ਼ ਮਿਲੇਗਾ। ਪ੍ਰਭ ਕਿਸੇ ਕਾ ਘਾਲਿਆ ਇੱਕ ਤਿਲ ਨਾ ਗਵਾਈ। ਪਰਮਾਤਮਾ ਨੂੰ ਯਾਦ ਕਰੇ ਤੇ ਪਰਮਾਤਮਾ ਤੇਰੀ ਉਸ ਯਾਦ ਨੂੰ ਫਲ ਨਾ ਲਾਵੇ, ਇਹ ਕਿਵੇਂ ਹੋ ਸਕਦਾ ਹੈ? ਐਸਾ ਨਹੀਂ ਹੋ ਸਕਦਾ। ਤੂੰ ਯਾਦ ਕਰ ਉਸ ਨੂੰ, ਤੂੰ ਉਸਦੇ ਚਿੰਤਨ ਵਿੱਚ ਜੁੜ, ਤੂੰ ਉਸਦੀ ਯਾਦ ਵਿੱਚ ਜੁੜ, ਤੂੰ ਆਨੰਦ ਨਾਲ ਭਰ ਜਾਏਗਾ। ਗੁਰ ਕੈ ਸ਼ਬਦ ਧਿਆਏ ਤੂੰ, ਗੁਰੂ ਦੇ ਸ਼ਬਦ ਦੇ ਰਾਹੀਂ ਉਸ ਨੂੰ ਧਿਆ। ਨਾਲ ਸ਼ਰਤ ਰੱਖ ਦਿੱਤੀ, ਗੁਰੂ ਦੇ ਸ਼ਬਦ ਦੁਆਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਰਾਹੀਂ ਉਸ ਨੂੰ ਧਿਆ। ਕਈ ਕਹਿ ਦਿੰਦੇ ਨੇ, ਜੇ ਅਸੀਂ ਨਾਮ ਜਪਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਸਾਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ, ਸਾਨੂੰ ਬਾਣੀ ਸੁਣਨ ਦੀ ਕੀ ਲੋੜ ਹੈ। ਕਈ ਜਿਹੜੇ ਵੀਰ ਭੈਣਾਂ ਨਾਮ ਜਪਦੇ ਨੇ, ਉਹ ਕਹਿ ਦਿੰਦੇ ਜੀ ਬਾਣੀ ਪੜ੍ਹਨ ਦੀ ਕੀ ਲੋੜ ਹੈ, ਬਾਣੀ ਸੁਣਨ ਦੀ ਕੀ ਲੋੜ ਹੈ। ਬਾਣੀ ਵੀ ਤੇ ਇਹੀ ਕਹਿੰਦੀ ਹੈ ਕਿ ਵਾਹਿਗੁਰੂ ਵਾਹਿਗੁਰੂ ਕਰੋ, ਅਸੀਂ ਕਰੀ ਜਾਂਦੇ ਹਾਂ, ਨਾਮ ਜਪੋ, ਅਸੀਂ ਜਪੀ ਜਾਂਦੇ ਹਾਂ। ਉਹ ਭੁਲੇਖੇ ਵਿੱਚ ਨੇ, ਬਹੁਤ ਵੱਡੇ ਭੁਲੇਖੇ ਵਿੱਚ ਨੇ। ਇਹ ਤੇ ਬਿਲਕੁਲ ਇੱਦਾਂ ਹੈ ਭਈ ਜਿਵੇਂ ਕੋਈ ਬੇੜੇ ਵਿੱਚ ਬੈਠ ਜਾਵੇ ਤੇ ਮਲਾਹ ਹੋਵੇ ਹੀ ਨਾ। ਬੇੜੇ ਵਿੱਚ ਬੈਠ ਜਾਵੇ ਤੇ ਮਲਾਹ ਹੋਵੇ ਹੀ ਨਾ। ਤੁਸੀਂ ਕੋਈ ਨਦੀ ਪਾਰ ਕਰਨੀ ਹੋਵੇ, ਜਾਂ ਤੁਸੀਂ ਉੱਦਾਂ ਚਲੇ ਜਾਓ ਕਿਤੇ ਬੀਚ ਤੇ, ਉੱਥੇ ਬੋਟਾਂ ਹੁੰਦੀਆਂ ਨੇ, ਤੇ ਬੈਠੇ ਰਹੋ ਵਿੱਚ, ਸਾਰਾ ਦਿਨ ਬੈਠੇ ਰਹੋ। ਜਿੰਨਾ ਚਿਰ ਉਹਦਾ ਮਲਾਹ ਹੀ ਨਹੀਂ, ਬੇੜੀ ਦਾ ਚੱਪੂ ਮਾਰਨ ਵਾਲਾ ਹੀ ਨਹੀਂ, ਬੈਠੇ ਰਹੋ, ਭਾਵੇਂ ਸਾਰੀ ਜ਼ਿੰਦਗੀ ਬੈਠੇ ਰਹੋ। ਜਿੰਨਾ ਚਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਨਹੀਂ ਲੈਂਦੇ, ਉਹਨਾਂ ਚਿਰ ਸਾਡਾ ਜਪਿਆ ਹੋਇਆ ਨਾਮ ਵੀ ਕੋਈ ਅਰਥ ਨਹੀਂ ਰੱਖਦਾ। ਅਸੀਂ ਆਪਣੀ ਮਰਜ਼ੀ ਨਾਲ ਦਵਾਈ ਲੈ ਕੇ ਖਾਈ ਜਾਈਏ। ਸਿਰ ਦੁਖਦਾ ਹੋਵੇ, ਮੈਡੀਕਲ ਸਟੋਰ ਤੇ ਜਾ ਕੇ ਉਹਨੂੰ ਕਹੀਏ ਯਾਰ ਕੋਈ ਦਵਾਈ ਤਾਂ ਦੇ, ਆਪਣੀ ਮਰਜ਼ੀ ਨਾਲ ਹੀ ਦਵਾਈ ਖਾਈ ਜਾਈਏ, ਕਿੱਦਾਂ ਠੀਕ ਹੋ ਜਾਵਾਂਗੇ? ਜਿੰਨਾ ਚਿਰ ਅਸੀਂ ਕਿਸੇ ਡਾਕਟਰ, ਕਿਸੇ ਵੈਦ ਹਕੀਮ ਦੀ ਅਗਵਾਈ ਵਿੱਚ ਨਹੀਂ ਚੱਲਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਡੀ ਅਗਵਾਈ ਕਰਨੀ ਹੈ। ਇਹਨੇ ਪੈਰ ਪੈਰ ਤੇ ਸਾਨੂੰ ਸਮਝਾਉਣਾ ਹੈ। ਜਦੋਂ ਪ੍ਰਮਾਤਮਾ ਦੀ ਤਰਫ ਤੁਰੀਦਾ ਹੈ, ਬੜੀਆਂ ਰੁਕਾਵਟਾਂ ਆਉਂਦੀਆਂ ਨੇ। ਜਦੋਂ ਪ੍ਰਮਾਤਮਾ ਦੀ ਤਰਫ ਤੁਰੀਦਾ ਹੈ, ਬਹੁਤ ਔਕੜਾਂ ਆਉਂਦੀਆਂ ਨੇ, ਪਰ ਉਸ ਦੇ ਵਿੱਚ ਸਹਾਈ ਗੁਰੂ ਸਾਹਿਬ ਹੁੰਦੇ ਹਨ। ਇਸੇ ਕਰਕੇ ਸ਼ਬਦ ਇੱਕ ਮਲਾਹ ਦੀ ਤਰ੍ਹਾਂ ਹੈ, ਖੇਵਟ ਦੀ ਤਰ੍ਹਾਂ ਹੈ। ਨਾਮ ਇੱਕ ਬੋਹਿਤ ਦੀ ਤਰ੍ਹਾਂ ਹੈ, ਇੱਕ ਜਹਾਜ਼ ਦੀ ਤਰ੍ਹਾਂ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰ ਕੈ ਸ਼ਬਦ ਧਿਆਏ ਤੋਂ, ਗੁਰੂ ਦੇ ਸ਼ਬਦ ਵਿੱਚ ਜੁੜ ਕੇ, ਗੁਰੂ ਦੇ ਸ਼ਬਦ ਦੇ ਰਾਹੀਂ ਉਸ ਮਾਲਕ ਨੂੰ ਯਾਦ ਕਰ। ਸੱਚ ਲੱਗੀ ਪਿਆਰ, ਫਿਰ ਤੇਰੀ ਸੁਰਤੀ ਵੀ ਪ੍ਰਮਾਤਮਾ ਨਾਲ ਜੁੜੇਗੀ, ਤੇਰਾ ਪਿਆਰ ਵੀ ਪ੍ਰਮਾਤਮਾ ਨਾਲ ਜੁੜੇਗਾ। ਜੇ ਤੂੰ ਗੁਰੂ ਦੇ ਸ਼ਬਦ ਨੂੰ ਛੱਡ ਕੇ, ਬਾਣੀ ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਨਾਮ ਰੂਪੀ ਰਸਤੇ ਤੇ ਤੁਰੇਗਾ ਤੇ ਹੰਕਾਰ ਘੇਰ ਲਏਗਾ, ਵਿਕਾਰ ਘੇਰ ਲੈਣਗੇ। ਇਹ ਗੁਰੂ ਹੈ ਜਿਹੜਾ ਨਾਮ ਸਿਮਰਨ ਵਾਲੇ ਰਸਤੇ ਉੱਤੇ ਤੁਰਿਆ ਵਿਕਾਰਾਂ ਨੂੰ ਨੇੜੇ ਨਹੀਂ ਆਉਣ ਦਿੰਦਾ, ਸਾਨੂੰ ਬਚਾ ਬਚਾ ਕੇ ਪ੍ਰਮਾਤਮਾ ਤੱਕ ਪਹੁੰਚਾ ਦਿੰਦਾ ਹੈ। ਪੂਰੇ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ, ਬੜੇ ਪਿਆਰ ਦੇ ਨਾਲ ਗੁਰਮੁਖ ਪਿਆਰਿਆਂ ਦੇ ਪਾਸੋਂ ਤੁਕ ਦਾ ਪਾਠ ਸਰਵਣ ਕਰੋ ਤੇ ਨਾਲ ਨਾਲ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਦੇ ਹਾਂ। ਪਿਆਰ ਵਿੱਚ ਸਰਬੱਤ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹਲਾ ਤੀਜਾ। ਮਾਰੂ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ। ਆਵਣ ਜਾਣਾ ਨਾ ਪੀਐ ਨਿਜ ਕਰ ਵਾਸਾ ਹੋਏ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸਮਝਾਉਂਦੇ ਨੇ ਕਿ ਜਦੋਂ ਤੁਸੀਂ ਮਨ ਤੋਂ ਵਿਕਾਰਾਂ ਨੂੰ ਛੱਡ ਕੇ ਗੁਰੂ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦੇ ਨਾਲ ਸੁਰਤ ਜੋੜਦੇ ਹੋ ਤੇ ਉਸ ਦਾ ਲਾਹਾ ਤੁਹਾਨੂੰ ਕੀ ਮਿਲਣਾ ਹੈ। ਇਹ ਨਹੀਂ ਕਿ ਜੇ ਅਸੀਂ ਨਾਮ ਜਪਦੇ ਹਾਂ ਜੀ ਸਾਨੂੰ ਕੋਈ ਪਦਵੀ ਮਿਲ ਜਾਊ, ਜੇ ਅਸੀਂ ਨਾਮ ਜਪਦੇ ਹਾਂ ਖਬਰੇ ਪੈਸਾ ਬਹੁਤ ਆ ਜਾਊ, ਜੇ ਅਸੀਂ ਨਾਮ ਜਪਦੇ ਹਾਂ ਖਬਰੇ ਸਾਡਾ ਮਾਣ ਸਤਿਕਾਰ ਬੜਾ ਵੱਧ ਜਾਊ। ਇਹ ਤੇ ਸਭ ਝੂਠ ਹੈ। ਪਰਮਾਤਮਾ ਦਾ ਨਾਮ ਜਪਿਆ ਸਾਨੂੰ ਝੂਠ ਨਹੀਂ ਮਿਲਣਾ, ਸਾਨੂੰ ਸੱਚ ਮਿਲਣਾ ਹੈ। ਨਾਮ ਸਿਮਰਨ ਕੀਤਿਆਂ ਉਸ ਦਾ ਫਲ ਕੀ ਹੈ? ਮਹਾਰਾਜ ਕਹਿੰਦੇ ਨੇ ਆਵਣ ਜਾਣਾ ਨਾ ਥੀਐ ਨਿਜ ਘਰ ਵਾਸਾ ਹੋਏ। ਸਾਡਾ ਆਉਣਾ ਜਾਣਾ ਮੁੱਕ ਜਾਵੇਗਾ, ਸਾਡਾ ਨਿਜ ਘਰ ਦੇ ਵਿੱਚ ਨਿਵਾਸ ਹੋ ਜਾਏਗਾ। ਆਉਣਾ ਜਾਣਾ ਕੀ ਹੈ? ਅਸੀਂ ਅੰਦਰੋਂ ਕਦੀ ਖੁਸ਼ੀ ਵਿੱਚ ਹੁੰਦੇ ਹਾਂ, ਕਦੇ ਗਮੀ ਵਿੱਚ ਹੁੰਦੇ ਹਾਂ, ਕਦੇ ਹਰਖ ਵਿੱਚ, ਕਦੇ ਸੋਗ ਵਿੱਚ। ਸਾਡੇ ਅੰਦਰ ਆਉਣਾ ਜਾਣਾ ਬਣਿਆ ਹੋਇਆ ਹੈ, ਸਾਡੇ ਅੰਦਰ ਆਉਣਾ ਜਾਣਾ ਬਣਿਆ ਹੋਇਆ ਹੈ। ਜਦੋਂ ਤੇ ਕੋਈ ਚੰਗੀ ਖਬਰ ਮਿਲ ਗਈ ਅਸੀਂ ਅੰਦਰ ਆ ਗਏ, ਭਾਵ ਜੰਪ ਹੈ। ਜੇ ਕੋਈ ਬੁਰੀ ਖਬਰ ਮਿਲ ਗਈ ਅਸੀਂ ਚਲੇ ਗਏ, ਭਾਵ ਮਰ ਗਏ। ਅਸੀਂ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੀ ਵੇਰਾ ਆਉਂਦੇ ਜਾਂਦੇ ਹਾਂ। ਜੇ ਤੇ ਕਿਸੇ ਸੱਜਣ ਮਿੱਤਰ ਦਾ ਸਾਨੂੰ ਮੇਲ ਹੋ ਗਿਆ, ਕੋਈ ਸੱਜਣ ਮਿੱਤਰ ਸਾਡੇ ਪਿਆਰ ਵਾਲਾ ਸਾਡੇ ਮੱਥੇ ਲੱਗ ਗਿਆ, ਅਸੀਂ ਖੁਸ਼ ਹੋ ਗਏ, ਅੰਦਰੋਂ ਜੰਪ ਹੈ। ਤੇ ਜੇ ਕਿਤੇ ਉਹੋ ਜਿਹਾ ਬੰਦਾ ਮੱਥੇ ਲੱਗ ਗਿਆ ਤੇ ਫਿਰ ਅੰਦਰੋਂ ਮਰ ਗਿਆ। ਲੈ ਦੱਸ ਇਹ ਕਿੱਥੋਂ ਸਵੇਰੇ ਸਵੇਰੇ ਮੱਥੇ ਲੱਗ ਗਿਆ, ਫਿਰ ਅੰਦਰੋਂ ਮਰ ਗਏ। ਜੇ ਤੇ ਸਾਡੇ ਅਨੁਸਾਰ ਕੁਝ ਹੋ ਗਿਆ ਅਸੀਂ ਜੰਮ ਪਏ, ਜੇ ਸਾਡੇ ਤੋਂ ਕੁਝ ਉਲਟ ਹੋ ਗਿਆ ਮਰ ਗਏ। ਇਹਨੂੰ ਕਹਿੰਦੇ ਨੇ ਅੰਦਰਲਾ ਆਉਣਾ ਜਾਣਾ, ਸਾਡਾ ਅੰਦਰਲਾ ਜਨਮ ਮਰਨ। ਮਹਾਰਾਜ ਕਹਿੰਦੇ ਨੇ ਜੇ ਤੂੰ ਪ੍ਰਮਾਤਮਾ ਦਾ ਨਾਮ ਸਿਮਰੇਗਾ ਫਿਰ ਤੇਰਾ ਅੰਦਰਲਾ ਆਉਣਾ ਜਾਣਾ ਖਤਮ ਹੋ ਜਾਏਗਾ, ਤੇਰਾ ਅੰਦਰਲਾ ਜਨਮ ਮਰਨ ਖਤਮ ਹੋ ਜਾਏਗਾ। ਫਿਰ ਤੂੰ ਅੰਦਰੋਂ ਇਕਸਾਰ ਹੋ ਜਾਏਗਾ। ਫਿਰ ਚਾਹੇ ਤੈਨੂੰ ਦੁਸ਼ਮਣ ਮਿਲੇ, ਚਾਹੇ ਤੈਨੂੰ ਮਿੱਤਰ ਮਿਲੇ, ਤੇਰੇ ਅੰਦਰ ਇਕਸਾਰਤਾ ਰਹੇਗੀ। ਦੁਸ਼ਮਣ ਨੂੰ ਦੇਖਿਆ ਤੂੰ ਦੁਖੀ ਨਹੀਂ ਹੋਵੇਂਗਾ, ਮਿੱਤਰ ਨੂੰ ਦੇਖਿਆ ਤੂੰ ਖੁਸ਼ ਨਹੀਂ ਹੋਵੇਂਗਾ। ਜੇ ਚੰਗੀ ਖਬਰ ਮਿਲ ਗਈ ਦੁੱਖ ਕੋਈ ਨਹੀਂ, ਖੁਸ਼ੀ ਕੋਈ ਨਹੀਂ, ਬੁਰੀ ਖਬਰ ਮਿਲ ਗਈ ਦੁੱਖ ਕੋਈ ਨਹੀਂ, ਅੰਦਰੋਂ ਤੂੰ ਇਕਸਾਰ ਰਹੇਗਾ। ਚੰਗੀ ਖਬਰ ਮਿਲ ਗਈ ਤਾਂ ਵੀ ਮਾਲਕ ਤੇਰੀ ਰਜ਼ਾ, ਬੁਰੀ ਖਬਰ ਮਿਲ ਗਈ ਤਾਂ ਵੀ ਮਾਲਕ ਤੇਰੀ ਰਜ਼ਾ। ਬਸ ਨਿਜ ਘਰ ਵਾਸਾ ਹੋਏ, ਤੂੰ ਆਪਣੇ ਨਿਜ ਘਰ ਵਿੱਚ ਚਲਾ ਜਾਵੇਂਗਾ, ਆਪਣੇ ਅਸਲ ਘਰ ਵਿੱਚ ਚਲਾ ਜਾਵੇਂਗਾ। ਸਾਡਾ ਅਸਲ ਘਰ ਕਿਹੜਾ ਹੈ? ਸਹਿਜ ਟਿਕਾਊ ਸਾਡਾ ਅਸਲ ਘਰ ਹੈ। ਅਸੀਂ ਬਾਹਰ ਹੀ ਫਿਰਦੇ ਰਹਿੰਦੇ ਹਾਂ, ਅਸੀਂ ਆਪਣੇ ਨਿਜ ਘਰ ਵਿੱਚ ਜਾਂਦੇ ਹੀ ਨਹੀਂ ਹਾਂ। ਅਸੀਂ ਦੂਸਰੇ ਦੇ ਗੁਣ ਔਗਣ ਦੇਖਦੇ ਰਹਿੰਦੇ ਹਾਂ, ਅਸੀਂ ਦੂਸਰੇ ਦੀਆਂ ਚੰਗਿਆਈਆਂ ਬੁਰਾਈਆਂ ਪਰਖਦੇ ਰਹਿੰਦੇ ਹਾਂ। ਕਿਸੇ ਦੂਸਰੇ ਦਾ ਘਰ ਚੰਗਾ ਹੋਵੇ ਜਾਂ ਤੇ ਅਸੀਂ ਦੇਖ ਦੇਖ ਕੇ ਕਿਹੜਦੇ ਰਹਿੰਦੇ ਹਾਂ, ਤੇ ਜਾਂ ਫਿਰ ਅਸੀਂ ਮੂੰਹ ਚੋਂ ਲਾਲਾ ਸੁੱਟਦੇ ਰਹਿੰਦੇ ਹਾਂ ਕਿਤੇ ਰੱਬਾ ਇਦਾਂ ਦਾ ਘਰ ਮੇਰੇ ਕੋਲ ਵੀ ਹੋਵੇ। ਕਿਸੇ ਦੂਸਰੇ ਨੇ ਕੋਈ ਚੰਗੀ ਕਾਰ ਲਈ ਹੈ ਜਾਂ ਤਾਂ ਈਰਖਾ 'ਚ ਫਸ ਜਾਵਾਂਗੇ, ਤੇ ਜਾਂ ਫਿਰ ਅਸੀਂ ਸੋਚਾਂਗੇ ਹੁਣ ਮੈਂ ਵੀ ਇਦਾਂ ਦੀ ਲਵਾਂ। ਅਸੀਂ ਦੂਸਰੇ ਘਰ ਵਿੱਚ ਰਹਿੰਦੇ ਹਾਂ। ਨਿਜ ਘਰ ਦਾ ਅਰਥ ਹੁੰਦਾ ਸਬਰ ਵਿੱਚ ਰਹਿਣਾ। ਨਿਜ ਘਰ ਦਾ ਅਰਥ ਹੁੰਦਾ ਆਪਣੀ ਜੋ ਪ੍ਰਲਬਧ ਹੈ ਉਸ ਤੇ ਵਿਸ਼ਵਾਸ ਰੱਖਣਾ। ਨਿਜ ਘਰ ਦਾ ਅਰਥ ਹੁੰਦਾ ਮਾਲਕ ਜਿੱਥੇ ਤੂੰ ਰੱਖਿਆ ਹੈ ਅਸੀਂ ਖੁਸ਼ ਹਾਂ, ਅਸੀਂ ਪ੍ਰਸੰਨ ਹਾਂ। ਇਸ ਤੋਂ ਪਿਛਲੇ ਸ਼ਬਦ ਵਿੱਚ ਤੁਸੀਂ ਕਥਾ ਸਰਵਣ ਕੀਤੀ ਹੋਵੇਗੀ ਗਿਆਨੀ ਜੀ ਤੋਂ, ਜਹ ਬੈਸਾਲੈ ਤਹ ਬੈਸਾ ਸੁਆਮੀ, ਜਹ ਭੇਜੈ ਤਹ ਜਾਵਾਂ। ਮਾਲਕ ਜਿੱਥੇ ਤੂੰ ਬੈਠਾ ਲੇਗਾ ਮੈਂ ਉੱਥੇ ਬੈਠਾ ਹਾਂ, ਜਿੱਥੇ ਭੇਜੇਗਾ ਮੈਂ ਜਾਵਾਂਗਾ। ਭਾਵ ਜਿੱਥੇ ਤੂੰ ਮੈਨੂੰ ਰੱਖੇਗਾ
मैं उत्थे खुश हाँ, मैं उत्थे प्रसन्न हाँ। मैं दूसरे दे सुख देख के ईर्खा विच सड़दा नहीं हाँ। मैं दूसरे दे सुख देख के अपने अंदर लालच पैदा नहीं करदा। मालक तू मैनू जिहो जिहा रखिया मैं खुश हाँ, प्रसन्न हाँ। इस नूं कहंदे ने निज घर, अपनी प्रालब्ध दे विच रहना, अपने भाग विच रहना। हजूर कहंदे हन जदों तू परमात्मा दे नाल जुड़ेगा तेरे अंदरला आउणा जाना खत्म हो जाएगा, तू निज घर विच चला जाएगा। ते सतगुरु जी सानू वार-वार समझाउंदे ने। धन गुरु रामदास जी महाराज दे बचन ने राग आसा विच महाराज कहंदे हन मेरे मन परदेसी वे प्यारे आओ घरे। हे मेरे प्यारे परदेसी मन घर विच आ, तू बाहर ही फिरदा है। इस मन नूं परदेसी किया है। परदेसी का अर्थ हुंदा जिहड़ा पराए देश विच ही रवे, बाहर ही रवे, कदी किसी देश में चला जाए, कदी किसी देश में चला जाए, असीं उसनूं कहने हैं तो परदेसी है। महाराज कहते हैं हे मन तू ही परदेसी है, तू अपने देश में तो आंदा ही नहीं, अपने अंतरात्मे ते आंदा ही नहीं, तू अपनी किस्मत अपने भाग में तो आंदा ही नहीं। महाराज कहते हैं मेरे मन परदेसी वे प्यारे आओ घरे, हर गुरु मिलावो मेरे प्यारे, घर वसै हरे। तू सोचना सब कुछ बाहर है, नहीं तेरे घर विच है। सब कुछ घर में बाहर नाही, बाहर टोला सो भरम भुलाही। गुर प्रसादी जिनी अंतर पाया सो अंतर बाहर सुहेला जी। तू अपने अंतर आत्मे थोड़ा टिक के देख, कैसा आनंद है, कैसा परम रस है। गुरु अमरदास जी महाराज सानू ये समझाते हैं कि जदों तू परमात्मा का नाम सिमरेगा तेरा आना जाना मुक जाएगा, तेरा अंदरला जन्म मरण खत्म हो जाएगा, तेरे अंदर एक सारता आ जाएगी, तेरा निज घर विच वासा हो जाएगा, तू अंदरों टिक जाएगा। इस तरह सतगुरु गुरु अमरदास जी कृपा करते हैं। महाराज कहते हैं उस परमात्मा ने मैनू सच का खजाना बख्शिश कर दिता है। आपे जाने सोए, परमात्मा आप ही जानता है। यह सच का खजाना किसनू देना है, इस बारे वो मालिक परमात्मा खुद ही जानता है। सच का खजाना, सच खजाना बख्शिया। सतगुरु सच्चे पातशाह जी ने सानू सच का खजाना बख्शिया होया। असीं जो सिख पंथ दे नाल संबंधित हाँ, साडी किस्मत बड़ी चंगी है, साडे भाग बड़े चंगे हैं। सानू गुरु साहब जी ने सच का खजाना बख्शिया। वो केड़ा खजाना? श्री गुरु ग्रंथ साहब जी। ये सच का खजाना है, इस विच सच ही सच है, निरोल सच। गुरबाणी निरोल सच है। इत्थों तक महाराज ने कह दिता आद सच, जुगाद सच, है भी सच, नानक होसी भी सच। बाणी आरंभ करन तो पहला सच्चे पातशाह ने सानू कह दिता दुनिया के लोगों जो थानू मैं दे चला है ना, ये वो सच है जिहड़ा आद विच भी सच सी। आद का अर्थ हुंदा जदों संसार अजे बनिया नहीं सी, जदों संसार अजे होंद विच आया ही नहीं सी, उहनूं कहंदे ने आद। जो सतगुरु जी ने खजाना सानू बख्शिया ये उदों भी सच सी। जुगाद, जुग आद, जुगां दी आरंभता, समय दी आरंभता, जदों संसार होंद विच आ गया उहनूं कहंदे ने जुगाद। जदों संसार नहीं सी ये उदों भी सच सी, जदों संसार होंद विच आ गया उदों भी सच है, भी सच, ये हुण भी सच है। नानक होसी भी सच। जदों संसार नहीं होना ये उदों भी सच होना। विज्ञान भी गुरबाणी नूं झुठला नहीं सकी। खिमा करना, वड्डे वड्डे धार्मिक ग्रंथ विज्ञान की कसवट्टी ते खरे नहीं उतरे, उन्होंने विच चेंज करनी पई है, बदलने पे ने वो। लेकिन एक धन गुरु ग्रंथ साहब सच्चे पातशाह जी की बाणी है जिहदे अगे विज्ञानी भी झुक गए, जिहदे अगे विज्ञानियों का भी सीस झुक गया। जो विज्ञानी अज खोजां कर रहे ने, गुरु नानक पातशाह जी ने तो अज तो 550 साल पहले कह दिता सी
ਅੱਜ ਤੋਂ 550 ਸਾਲ ਪਹਿਲਾਂ ਕਹਿ ਦਿੱਤਾ ਸੀ। ਅੱਜ ਵਿਗਿਆਨੀ ਕਹਿੰਦੇ ਨੇ ਕਿ ਧਰਤੀ ਇੱਕ ਨਹੀਂ, ਬਹੁਤ ਧਰਤੀਆਂ ਨੇ। ਗੁਰੂ ਨਾਨਕ ਤੇ ਪਹਿਲਾਂ ਹੀ ਕਹਿ ਗਏ ਨੇ ਧਰਤੀ ਹੋਰ ਪਰੇ ਹੋਰ। ਅੱਜ ਵਿਗਿਆਨੀ ਕਹਿੰਦੇ ਨੇ ਸੂਰਜ ਇੱਕ ਨਹੀਂ, ਕਰੋੜਾਂ ਹੀ ਨੇ। ਚੰਦਰਮਾ ਇੱਕ ਨਹੀਂ, ਕਰੋੜਾਂ ਹੀ ਨੇ। ਗੁਰੂ ਨਾਨਕ ਪਾਤਸ਼ਾਹ ਜੀ ਤੇ ਪਹਿਲੇ ਹੀ ਕਹਿ ਗਏ ਨੇ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇ, ਕੋਈ ਇੱਕ ਥੋੜੋ ਹੈ। ਵਿਗਿਆਨੀ ਅੱਜ ਜੋ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਪਹਿਲੇ ਹੀ ਕਹਿ ਗਏ ਨੇ। ਵਿਗਿਆਨੀਆਂ ਨੇ ਖੋਜ ਕੀਤੀ ਕਿ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈ, ਸੂਰਜ ਤੋਂ ਆਉਂਦੀ ਹੈ। ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ ਤੇ ਚੰਦਰਮਾ ਚਮਕਦਾ ਹੈ ਤੇ ਚੰਦਰਮਾ ਦੀ ਚਾਂਦਨੀ ਸਾਡੇ ਤੱਕ ਪਹੁੰਚਦੀ ਹੈ। ਵਿਗਿਆਨੀਆਂ ਨੇ ਅੱਜ ਖੋਜ ਕੀਤੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਪਹਿਲੇ ਕਹਿ ਗਏ ਨੇ ਸੱਸ ਘਰ ਸੂਰ ਸਮਾਇਆ। ਮਹਾਰਾਜ ਕਹਿੰਦੇ ਨੇ ਸੱਸ ਚੰਦਰਮਾ, ਸੂਰ ਕਹਿੰਦੇ ਨੇ ਸੂਰਜ ਨੂੰ। ਚੰਦਰਮਾ ਦੇ ਘਰ ਵਿੱਚ ਵੀ ਸੂਰਜ ਹੀ ਸਮਾ ਰਿਹਾ ਹੈ। ਭਾਵ ਜਿਹੜੀ ਚੰਦਰਮਾ ਦੀ ਚਾਂਦਨੀ ਹੈ ਉਹ ਵੀ ਸੂਰਜ ਤੋਂ ਹੀ ਆ ਰਹੀ ਹੈ। ਗੁਰੂ ਨਾਨਕ ਤੇ ਪਹਿਲੇ ਹੀ ਕਹਿ ਗਏ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਵੀ ਬੋਲ ਵਿਗਿਆਨ ਝੁਠਲਾ ਨਹੀਂ ਸਕੀ। ਇੱਕ ਵੀ ਬੋਲ ਝੁਠਲਾ ਨਹੀਂ ਸਕੀ। ਅੱਜ ਵਿਗਿਆਨ ਕਹਿੰਦੀ ਹੈ ਕੁਛ ਵੀ ਰੁਕਿਆ ਹੋਇਆ ਨਹੀਂ, ਸਭ ਚੱਲ ਰਿਹਾ ਹੈ। ਗ੍ਰਹਿ ਤਾਰੇ ਨਛੱਤਰ ਸਭ ਚੱਲ ਰਹੇ ਨੇ, ਸਭ ਇੱਕ ਦੂਸਰੇ ਦੇ ਦੁਆਲੇ ਚੱਕਰ ਲਾ ਰਹੇ ਨੇ, ਕੁਛ ਵੀ ਰੁਕਿਆ ਹੋਇਆ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਹੀ ਕਹਿ ਗਏ ਨੇ ਕੋਹ ਕਰੋੜੀ ਚਲਤ ਨਾਥ, ਚੱਲ ਰਹੇ ਨੇ, ਸਭ ਚੱਲ ਰਹੇ ਨੇ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਸਭ ਚੱਲ ਰਹੇ ਨੇ, ਕੁਛ ਵੀ ਰੁਕਿਆ ਹੋਇਆ ਨਹੀਂ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੋਲ, ਇਹ ਸੱਚ ਨੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਬਾਣੀ ਸੱਚੀ ਹੈ। ਇਹ ਸੱਚ ਦਾ ਖਜ਼ਾਨਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਨੇ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ। ਉਸ ਪਰਮਾਤਮਾ ਨੇ ਮੈਨੂੰ ਇਹ ਸੱਚ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ। ਮੇਰੇ ਬੋਲਾਂ ਵਿੱਚ ਸੱਚ, ਮੇਰੇ ਕੰਨਾਂ ਵਿੱਚ ਸੱਚ, ਮੇਰੀ ਕਰਨੀ ਵਿੱਚ ਸੱਚ, ਮੇਰੇ ਜੀਵਨ ਵਿੱਚ ਸੱਚ। ਜੋ ਮੈਂ ਕਰਦਾ ਹਾਂ ਉਸ ਦੇ ਪਿੱਛੇ ਸੱਚਾਈ ਹੈ। ਇਹ ਨਹੀਂ ਜੋ ਮੈਂ ਕਰਦਾ ਹਾਂ ਉਹ ਦਿਸਦਾ ਸੱਚ ਹੈ ਪਰ ਉਸਦੇ ਮਗਰ ਝੂਠ ਹੈ। ਨਾ, ਮੇਰੇ ਬੋਲਾਂ ਵਿੱਚ ਵੀ ਸੱਚ ਹੈ, ਮੇਰੇ ਕਰਮ ਵਿੱਚ ਵੀ ਸੱਚ ਹੈ। ਸੱਚ ਦਾ ਖਜ਼ਾਨਾ ਮੈਨੂੰ ਬਖਸ਼ਿਸ਼ ਦਿੱਤਾ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰ੍ਹਾਂ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਹਨ। ਏ ਮਨ ਹਰ ਜੀਉ ਚੇਤ ਤੂੰ ਮਨਹੁ ਤਜ ਵਿਕਾਰ। ਰਹਾਉ ਦੇ ਪਦ ਵਿੱਚ ਮਹਾਰਾਜ ਕਹਿੰਦੇ ਹਨ ਹੇ ਮਨ, ਉਸ ਪਰਮਾਤਮਾ ਨੂੰ ਚੇਤੇ ਕਰ। ਮਨ ਤੋਂ ਵਿਕਾਰ ਛੱਡ ਦੇ, ਬੁਰਾਈਆਂ ਛੱਡ ਦੇ, ਬੁਰੀਆਂ ਸੋਚਾਂ ਛੱਡ ਦੇ। ਉਸ ਪਰਮਾਤਮਾ ਦੇ ਨਾਲ ਸੁਰਤ ਜੋੜ ਕੇ ਰੱਖਿਆ ਕਰ। ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਧਿਆ, ਫਿਰ ਸਦਾ ਥਿਰ ਰਹਿਣ ਵਾਲੇ ਮਾਲਕ ਨਾਲ ਤੇਰੀ ਸੁਰਤ ਜੁੜੇਗੀ, ਤੇਰਾ ਉਸ ਪਰਮਾਤਮਾ ਨਾਲ ਪਿਆਰ ਬਣੇਗਾ। ਇਸ ਤਰ੍ਹਾਂ ਰਹਾਉ ਦੇ ਪਦ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ। ਇਸ ਤੋਂ ਅੱਗੇ ਕੀ ਕਿਰਪਾ ਕਰਦੇ ਹਨ। ਰਹਾਉ ਇਥੈ ਨਾਵ ਭੁੱਲਿਆ, ਫਿਰ ਹੱਥ ਕੇ ਥਾਉ ਨਾ ਪਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਠੈ ਨਾਮ ਹੋ ਭੁੱਲਿਆ, ਫਿਰ ਹੱਥ ਕਿਥਾਉ ਨਾ ਪਾਏ। ਇੱਥੇ ਇਸ ਮਨੁੱਖਾ ਜਨਮ ਵਿੱਚ ਜੇ ਤੂੰ ਹੁਣ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ, ਜੇ ਤੂੰ ਹੁਣ ਇਹ ਬਾਜੀ ਹੱਥੋਂ ਗਵਾ ਦਿੱਤੀ, ਫਿਰ ਕਿਤੇ ਹੱਥ ਨਹੀਂ ਪੈਣਾ। ਸਾਹਿਬ ਦੇ ਇੱਕ ਬਚਨ ਨੇ ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹ ਉਹ ਪੌੜੀ ਹੈ ਜਿਸ ਤੋਂ ਇੱਕ ਵਾਰ ਪੈਰ ਫਿਸਲ ਗਿਆ, ਹੱਥ ਪੈਣਾ ਹੀ ਨਹੀਂ ਕਿਤੇ ਵੀ, ਥੱਲੇ ਆ ਕੇ ਡਿੱਗਾਂਗੇ। ਇਹ ਮਨੁੱਖਾ ਜਨਮ ਇੱਕ ਐਸਾ ਹੈ। ਸਤਿਗੁਰੂ ਜੀ ਨੇ ਇੱਕ ਪੱਤੇ ਦਾ ਪ੍ਰਮਾਣ ਦਿੱਤਾ। ਪੱਤੇ ਦਾ ਮਹਾਰਾਜ ਕਹਿੰਦੇ ਨੇ ਦੇਖੋ, ਪੱਤਾ ਜਿੰਨਾ ਚਿਰ ਟਾਹਣੀ ਨਾਲ ਲੱਗਾ ਹੁੰਦਾ ਹੈ ਨਾ, ਰੁੱਖ ਨਾਲ ਲੱਗਾ ਹੁੰਦਾ, ਉਸ ਪੱਤੇ ਵਿੱਚ ਹਰਿਆਵਲ ਵੀ ਹੁੰਦੀ ਹੈ। ਉਹ ਪੱਤਾ ਹਵਾ ਦਾ ਵੀ ਰਾਹ ਰੋਕਦਾ ਹੈ। ਉਹ ਪੱਤਾ ਕਿਸੇ ਦੇ ਸਿਰ ਦੀ ਛਾਂ ਵੀ ਬਣਦਾ ਹੈ।
ਪਰ ਜਦੋਂ ਉਹੀ ਪੱਤਾ ਟਾਹਣੀ ਨਾਲੋਂ ਟੁੱਟ ਜਾਂਦਾ, ਰੁੱਖ ਨਾਲੋਂ ਟੁੱਟ ਜਾਂਦਾ, ਉਹ ਵਿਚਾਰਾ ਸੁੱਕ ਜਾਂਦਾ। ਜਿਹੜੀ ਹਵਾ ਦਾ ਰਾਹ ਰੋਕਦਾ ਸੀ, ਅੱਜ ਉਹੀ ਹਵਾ ਨੂੰ ਉਡਾਈ ਫਿਰਦੀ ਹੈ। ਜਿਹੜਾ ਪੱਤਾ ਕਦੇ ਕਿਸੇ ਦੇ ਸਿਰ ਦੀ ਛਾਂ ਬਣਦਾ ਸੀ, ਉਹੀ ਅੱਜ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਰੁਲਦਾ ਫਿਰਦਾ। ਕਿਉਂ? ਕਿਉਂਕਿ ਰੁੱਖ ਨੂੰ ਛੱਡ ਗਿਆ, ਟਾਹਣੀ ਨਾਲੋਂ ਟੁੱਟ ਗਿਆ। ਸਤਿਗੁਰੂ ਜੀ ਕਹਿੰਦੇ ਨੇ, ਜਿੰਨਾ ਚਿਰ ਤੂੰ ਮਾਲਕ ਪਰਮਾਤਮਾ ਨਾਲ ਜੁੜਿਆ ਰਹੇਗਾ, ਤੇਰੇ ਅੰਦਰ ਹਰਿਆਲੀ ਰਹੇਗੀ, ਆਨੰਦ ਰਹੇਗਾ, ਰਸ ਰਹੇਗਾ। ਤੂੰ ਦੁੱਖਾਂ ਦਾ, ਮੁਸ਼ਕਲਾਂ ਦਾ, ਸਮੱਸਿਆਵਾਂ ਦਾ ਰਾਹ ਰੋਕੇਗਾ, ਔਕੜਾਂ ਮੁਸੀਬਤਾਂ ਦਾ ਰਾਹ ਰੋਕੇਗਾ। ਤੂੰ ਕਿਸੇ ਦੇ ਸਿਰ ਦੀ ਛਾਂ ਬਣੇਗਾ, ਕਿਸੇ ਦਾ ਆਸਰਾ ਬਣੇਗਾ। ਪਰ ਜਿਸ ਦਿਨ ਤੂੰ ਪਰਮਾਤਮਾ ਨੂੰ ਭੁਲਾ ਦਿੱਤਾ, ਨਿਰੰਕਾਰ ਨੂੰ ਛੱਡ ਦਿੱਤਾ, ਸਤਿਗੁਰੂ ਨੂੰ ਛੱਡ ਦਿੱਤਾ, ਤੇਰੀ ਹਾਲਤ ਉਸ ਪੱਤੇ ਵਾਲੀ ਹੋ ਜਾਣੀ ਹੈ, ਜਿਹੜਾ ਪੱਤਾ ਰੁੱਖ ਨਾਲੋਂ ਟੁੱਟ ਗਿਆ, ਜਿਹੜਾ ਪੱਤਾ ਰੁੱਖ ਨਾਲੋਂ ਟੁੱਟ ਗਿਆ। ਮਹਾਰਾਜ ਕਹਿੰਦੇ ਹਨ, ਤਰਵਰ ਵਿਛੁੰਨੇ ਨਹਿਪਾਤ ਜੁੜਤੇ, ਜਮ ਮਗ ਗੌਨ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਫਿਰਤ ਸਦਾ ਦੁਹੇਲੀ। ਇਸ ਲਈ ਮਹਾਰਾਜ ਕਹਿੰਦੇ ਨੇ, ਇੱਥੇ ਨਾਮ ਹੋ ਭੁੱਲਿਆ, ਫਿਰ ਹੱਥ ਕਿਥਾਉ ਨਾ ਪਾਏ। ਅਗਰ ਕਿਤੇ ਮਨੁੱਖਾ ਜਨਮ ਤੋਂ ਵਿਅਰਥ ਗਵਾ ਦਿੱਤਾ, ਕਿਤੇ ਇਹ ਮਨੁੱਖਾ ਜਨਮ ਤੋਂ ਸਫਲ ਨਾ ਕੀਤਾ, ਫਿਰ ਸਜਣਾ ਵਾਰੀ ਨਹੀਂ ਆਉਣੀ। ਅੱਗੇ ਜਾ ਕੇ ਮਹਾਰਾਜ ਕੀ ਕਿਰਪਾ ਕਰਦੇ ਹਨ, ਜੋਨੀ ਸਭ ਭਵਾਈਨ ਵਿਸ਼ਟਾ ਮਹੇ ਸਮਾਏ। ਮਹਾਰਾਜ ਕਹਿੰਦੇ ਨੇ, ਫਿਰ ਸਾਰੀਆਂ ਦੁਨੀਆਂ ਦੇ ਵਿੱਚ ਤੈਨੂੰ ਭਟਕਾਇਆ ਜਾਵੇਗਾ, ਫਿਰ ਆਵਾਗਾਉਣ ਦੇ ਚੱਕਰ ਵਿੱਚ ਪੈ ਜਾਵੇਗਾ। ਇਹ ਤੈਨੂੰ ਵਾਰੀ ਮਿਲੀ ਸੀ, ਇਹ ਤੈਨੂੰ ਮੌਕਾ ਮਿਲਿਆ ਸੀ, ਤੂੰ ਹੱਥੋਂ ਗਵਾ ਦਿੱਤਾ। ਵਿਸ਼ਟਾ ਮਾਹੇ ਸਮਾਏ, ਫਿਰ ਗੰਦਗੀ ਦਾ ਕੀੜਾ ਬਣੇਗਾ ਤੂੰ। ਜਿੱਥੋਂ ਆਇਆ ਸੀ ਫਿਰ ਉਸੇ ਥਾਂ ਜਾ ਡਿੱਗੇਗਾ। ਮਹਾਰਾਜ ਕਹਿੰਦੇ ਹਨ, ਅਸੀਂ ਰੋਜ਼ਾਨਾ ਬਚਨ ਪੜ੍ਹਦੇ ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਮਹਾਰਾਜ ਕਹਿੰਦੇ ਨੇ, ਤੇਰਾ ਜਨਮ ਵਿਅਰਥ ਜਾ ਰਿਹਾ ਹੈ, ਨਿਸ਼ਫਲ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਮਝਾਉਂਦੇ ਨੇ, ਬੀਤ ਜਹ ਜਨਮ ਅਕਾਜ ਰੇ, ਨਿਸ ਦਿਨ ਸੁਨ ਕੈ ਪੁਰਾਨ, ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜਹ ਭਾਜ ਰੇ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਮਝਾਉਂਦੇ ਨੇ, ਰਾਮ ਭਜ ਜਨਮ ਸਿਰਾਤ ਹੈ, ਕਹੋ ਕਹਾਂ ਬਾਰ ਬਾਰ, ਸਮਝਤ ਨਹਿ ਕਿਉਂ ਗਵਾਰ, ਬਿਨ ਸਤ ਨਹਿ ਲੱਗੈ ਬਾਰ, ओरे सम गात है। सगल भरम डार दे, गोबिंद को नाम ले, अंत बार संग तेरा यह एक जात है। सच्चे पातशाह कहते हैं, ये तेरा मनुखा जन्म व्यर्थ गवा रहा जा रहा, इनू सफल कर, ये बाजी हथों निकलन ना दे, साम लै इसनू, साम लै, नहीं तो मुड़ तो उत्थे जा डिगेगा जिथों आया सी। ये मनुखा जन्म कोई एवें नहीं मिलिया। बाबा कबीर जी ने बड़ा सुंदर समझाया, कबीर मानस जन्म दुलंभ है, होए ना बारह बार, ज्यों फल पाके भोए गिरह, बौर ना लग है डार। एक मेरा पक्का फल टाणी नाल टुट के हेठा डिग जावे, ओदा मुल नहीं पैंदा, उसे फल दा मुल पैंदा जेड़ा फल टाणी नालों कटिया जाता है। हेठा डिग्या होया फल उसनूं टोकरी विच नहीं रखिया जाता, क्यों? वो दागी हो जाता है, वो दागी फिर दूसरे फलों नूं भी खराब करता है, मालक उन्हें बाहर सुट दिंदा है। ये मनुखा जन्म भी बिल्कुल इस तरह है, एक वेरा खुंज गया मुड़ मिलना नहीं है, मुड़ बारी आनी नहीं है। सतगुरु सच्चे पातशाह समझाते हैं, ऐथे नाम हो भुलिया, फिर हाथ किथाऊ ना पाए, जोने सब पवाई बिष्टा माए समाए। अगे की कृपा करते हैं, वड भागी गुर पाया, पूर्व लिखिया माए। महाराज कहते ने, हाँ भाई किते वड्डे भागा नाल सतगुरु मिल जाए। हे मां, किते पूर्व लिखत के मुताबिक किते सतगुरु का मिलाप हो जाए। सतगुरु का मिलाप कोई एवें थोड़ा हो जाता, धन गुरु ग्रंथ साहब जैसा सतगुरु किते एवें थोड़ा मिल जाता है। हजूर दे
ਬਾਣੀ ਵਿੱਚ ਬੜੇ ਸੁੰਦਰ ਬਚਨ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਭਾਈ ਤੂੰ ਉਸ ਮਾਲਕ ਦੇ ਅੱਗੇ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ ਕਿ ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ, ਹਾਂ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲੈ। ਮੈਂ ਵਾਰ-ਵਾਰ ਮਾਲਕ ਨਮਸਕਾਰਾਂ ਕਰਦਾ ਹਾਂ, ਮੇਰਾ ਪੂਰਾ ਗੁਰੂ ਮੈਨੂੰ ਕਿਵੇਂ ਨਾ ਕਿਵੇਂ ਮਿਲ ਜਾਏ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਐਸੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਣੀ ਕੋਈ ਸੌਖੀ ਬਾਤ ਨਹੀਂ। ਅਸੀਂ ਰੋਜ਼ਾਨਾ ਬਚਨ ਪੜ੍ਹਦੇ ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ। ਮਹਾਰਾਜ ਕਹਿੰਦੇ ਨੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ। ਕਹਿੰਦੇ ਨੇ ਕਾਮ ਕ੍ਰੋਧ ਦੇ ਨਾਲ ਸਰੀਰ ਭਰਿਆ ਹੈ, ਗੁਰੂ ਨਾਲ ਮਿਲ ਕੇ ਇਹਨੂੰ ਟੋਟੇ ਟੋਟੇ ਕੀਤਾ ਜਾ ਸਕਦਾ, ਪਰ ਸਤਿਗੁਰੂ ਦੀ ਪ੍ਰਾਪਤੀ ਤੇ ਭਾਈ ਪੂਰਬ ਲਿਖਤ ਦੇ ਅਨੁਸਾਰ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਜਿਨ੍ਹਾਂ ਮਸਤਕ ਧੁਰ ਹਰ ਲਿਖਿਆ, ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਜਿਨ੍ਹਾਂ ਦੇ ਮੱਥੇ ਦਾ ਭਾਗ ਜਾਗਿਆ, ਸਤਿਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ। ਭਾਗਹੀਣ ਪੁਰਸ਼ ਨੂੰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਹਜ਼ੂਰ ਕਹਿੰਦੇ ਨੇ, ਹਾਂ ਹੇ ਮਾਂ, ਜੇ ਪੂਰਬ ਲਿਖਤ ਦੇ ਮੁਤਾਬਕ ਕਿਤੇ ਵੱਡਿਆਂ ਭਾਗਾਂ ਦਾ ਸਦਕਾ, ਕਿਤੇ ਚੰਗੀ ਕਿਸਮਤ ਦਾ ਸਦਕਾ ਪੂਰਾ ਸਤਿਗੁਰੂ ਮਿਲ ਗਿਆ ਹੈ, ਤੇ ਫਿਰ ਭਾਈ ਜੀਵਨ ਬਦਲ ਜਾਂਦਾ ਹੈ, ਫਿਰ ਜੀਵਨ ਹੋਰ ਦਾ ਹੋਰ ਹੋ ਜਾਂਦਾ ਹੈ। ਸਤਿਗੁਰੂ ਕੁਰਾਹੇ ਪਏ ਹੋਏ ਨੂੰ ਸਹੀ ਰਾਹ ਤੇ ਪਾ ਦਿੰਦਾ ਹੈ। ਇਸ ਤਰ੍ਹਾਂ ਕਿਰਪਾ ਕਰਦੇ ਹਨ। ਦਿਲ ਸੱਚੀ ਭਗਤ ਕਰ, ਸੱਚਾ ਲੈ ਮਿਲਾਏ। ਮਹਾਰਾਜ ਕਹਿੰਦੇ ਨੇ, ਜਦੋਂ ਸਤਿਗੁਰੂ ਮਿਲ ਗਿਆ, ਫਿਰ ਅਨ ਦਿਨ ਸੱਚੀ ਭਗਤ ਕਰ, ਫਿਰ ਰਾਤ ਦਿਨ ਸੱਚੀ ਭਗਤੀ ਕਰਕੇ ਸੱਚਾ ਲੈ ਮਿਲਾਏ। ਸਦਾ ਸਥਿਰ ਰਹਿਣ ਵਾਲਾ ਮਾਲਕ ਪਰਮਾਤਮਾ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਗੁਰੂ ਨੇ ਜੀਵਨ ਬਦਲ ਦਿੱਤਾ, ਗੁਰੂ ਨੇ ਸੋਝੀ ਬਖਸ਼ਿਸ਼ ਕਰ ਦਿੱਤੀ। ਗੁਰੂ ਨਾਨਕ ਪਾਤਸ਼ਾਹ ਜੀ ਆਪ ਜਾ ਜਾ ਕੇ ਥਾਂ ਥਾਂ ਤੇ ਜਾ ਕੇ ਸੱਚੇ ਪਾਤਸ਼ਾਹ ਜੀ ਜੀਵਨ ਬਦਲਦੇ। ਕਿਹੜਾ ਇਹੋ ਜਿਹਾ ਵੀ ਉਸਤਾਦ ਹੈ ਜਿਹੜਾ ਘਰ ਘਰ ਜਾ ਕੇ ਵਿਦਿਆ ਸਿਖਾਉਂਦਾ ਹੋਵੇ? ਕੋਈ ਹੈ? ਜੇ ਟੀਚਰ ਸਾਡੇ ਘਰ ਆਉਂਦਾ ਵੀ ਹੋਵੇਗਾ ਤੇ ਉਹ ਆਪਣੀ ਫੀਸ ਲੈਂਦਾ ਹੋਊਗਾ। ਫੀਸ ਪਹਿਲਾਂ ਰੱਖੋ, ਫੇਰ ਆਊਂਗਾ। ਹਫ਼ਤਾ ਪੂਰਾ ਨਹੀਂ ਹੁੰਦਾ, ਅਗਲਾ ਪਹਿਲਾਂ ਫੀਸ ਰਖਾਉਂਦਾ ਆਪਣੀ, ਤੇ ਫਿਰ ਅਗਲਾ ਦੱਸਦਾ ਵੀ ਕੱਖ ਨਹੀਂ। ਤੇ ਜੇ ਕੁਝ ਦੱਸ ਦਿੱਤਾ ਤੇ ਇਹਨਾਂ ਨੇ ਖਬਰ ਹੈ ਮੈਨੂੰ ਜਵਾਬ ਹੀ ਨਾ ਦੇ ਦੇਣਾ। ਦੇਖੋ, ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਨ ਵਾਸਤੇ ਮਹਾਰਾਜ, ਜਿਨ੍ਹਾਂ ਨੇ 4 ਉਦਾਸੀਆਂ ਕੀਤੀਆਂ, 4 ਯਾਤਰਾਵਾਂ ਕੀਤੀਆਂ, ਸੰਸਾਰ ਦੇ ਕੋਨੇ-ਕੋਨੇ ਤੇ ਜਾ ਕੇ ਲੋਕਾਂ ਨੂੰ ਸਹੀ ਰਾਹ ਤੇ ਪਾਇਆ ਮਹਾਰਾਜ ਨੇ। ਫਿਰ ਇਹੋ ਜਿਹੇ ਵੱਡੇ ਵੱਡੇ ਪਾਪੀ ਲੋਕ, ਜਿਨ੍ਹਾਂ ਦਾ ਨਾਮ ਲੈਣ ਤੋਂ ਵੀ ਲੋਕ ਡਰਦੇ ਸੀ, ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਕੋਲ ਗਏ। ਉਹ ਕੌਡੇ ਵਰਗੇ ਜਿਹੜੇ ਜਿਉਂਦੇ ਬੰਦੇ ਨੂੰ ਤਲ ਕੇ ਖਾ ਜਾਂਦੇ ਸੀ, ਜਿਉਂਦੇ ਬੰਦੇ ਨੂੰ ਤਲ ਕੇ ਖਾ ਜਾਂਦੇ ਸੀ। ਗੁਰੂ ਨਾਨਕ ਸਾਹਿਬ ਉਹਦੇ ਕੋਲ ਗਏ, ਉਹਦੇ ਮਾੜੇ ਬੰਦੇ ਦਾ ਨਾਮ ਲਿਖ ਕੇ ਨਹੀਂ ਕੋਈ ਰਾਜੀ। ਸਾਡੇ ਕੋਲ ਕੋਈ ਜਿਹੇ ਬੰਦੇ ਦਾ ਨਾਮ ਲਵੇ ਨਾ ਤਾਂ ਅਸੀਂ ਛੱਡ ਯਾਰ ਕਿਹਦਾ ਨਾਂ ਲੈ ਤਾ ਤੂੰ, ਅਸੀਂ ਵਲ ਪਾ ਕੇ ਲੰਘ ਜਾਂਦੇ, ਨਾ ਇੱਧਰ ਦੀ ਨਹੀਂ ਜਾਣਾ, ਇੱਥੇ ਫਲਾਨਾ ਰਹਿੰਦਾ, ਨਾ ਯਾਰ। ਦੇਖੋ, ਗੁਰੂ ਨਾਨਕ ਪਾਤਸ਼ਾਹ ਜੀ ਦਾ ਹਿਰਦਾ ਉਹਦੇ ਕੋਲ ਗਏ, ਕਹਿਣ ਲੱਗੇ ਕਿਹੜੇ ਕੰਮਾਂ 'ਚ ਪਿਆ ਵੀ ਤੂੰ? ਸੱਜਣ ਠੱਗ ਜਿਹੜਾ ਪਹਿਲਾਂ ਤੇ ਚੰਗਾ ਵਰਤਾਓ ਕਰਦਾ, ਬਾਅਦ ਵਿੱਚ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ, ਸਾਰਾ ਕੁਝ ਲੁੱਟ ਲੈ ਜਾਂਦਾ। ਗੁਰੂ ਨਾਨਕ ਪਾਤਸ਼ਾਹ ਖੁਦ ਗਏ ਉਹਦੇ ਕੋਲ। ਉਹ ਵਲੀ ਕੰਧਾਰੀ ਜਿਹੜਾ ਪਾਣੀ ਤੇ ਕਬਜ਼ਾ ਕਰਕੇ ਬੈਠਾ ਸੀ, ਗੁਰੂ ਨਾਨਕ ਸਾਹਿਬ ਖੁਦ ਗਏ ਉਹਦੇ ਕੋਲ। ਇਹੋ ਜਿਹੇ ਪਾਪੀਆਂ ਦੇ ਕੋਲ ਗੁਰੂ ਨਾਨਕ ਸਾਹਿਬ ਖੁਦ ਗਏ, ਆਪ ਗਏ ਉਹਨਾਂ ਦੇ ਕੋਲ, ਉਹਨਾਂ ਨੂੰ ਸੁਧਾਰਨ ਵਾਸਤੇ, ਉਹਨਾਂ ਨੂੰ ਸਹੀ ਰਾਹ ਤੇ ਪਾਉਣ ਵਾਸਤੇ। ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਨੇ ਵੀ ਜੀਵਨ ਬਦਲ ਦਿੱਤਾ ਹੈ। ਹੁਣ ਤੇ ਅਨ ਦਿਨ ਸੱਚੀ ਭਗਤ ਕਰ, ਸੱਚਾ ਲੈ ਮਿਲਾਏ। ਰਾਤ ਦਿਨ ਭਗਤੀ ਕਰਕੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਨੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਇਸ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ। ਆਪੇ ਸ੍ਰਿਸ਼ਟ ਸਮਝਵਾ ਜੀਨ, ਆਪੇ ਨਦਰ ਕਰੇ। ਆਖਰੀ ਜੋ ਚੌਥਾ ਪਦ ਹੈ, ਇਹ ਸਿਧਾਂਤ ਦਾ ਪਦ ਹੈ। ਸਾਰੇ ਸ਼ਬਦ ਦਾ ਜੋ ਨਿਚੋੜ ਹੁੰਦਾ ਹੈ ਉਹ ਆਖਰੀ ਪਦ ਵਿੱਚ ਹੁੰਦਾ ਹੈ। ਜੋ ਰਹਾਉ ਦਾ ਪਦ ਹੁੰਦਾ ਹੈ ਉਹ ਕੇਂਦਰੀ ਭਾਵ ਹੁੰਦਾ ਹੈ। ਕੇਂਦਰੀ ਭਾਵ
ਉਹਦੇ ਇਰਦ ਗਿਰਦ ਸਾਰੇ ਸ਼ਬਦ ਨੇ ਘੁੰਮਣਾ ਹੁੰਦਾ ਹੈ। ਉਹਦੇ ਅਨੁਸਾਰ ਹੀ ਸ਼ਬਦ ਦੀ ਬਾਕੀ ਦੀ ਵਿਆਖਿਆ ਹੁੰਦੀ ਹੈ। ਲੇਕਿਨ ਜਿਹੜਾ ਆਖਰੀ ਪਦ ਹੁੰਦਾ ਉਹ ਤੱਤ ਹੁੰਦਾ, ਨਿਚੋੜ ਹੁੰਦਾ, ਸਾਰਾ ਸਿੱਟਾ ਹੁੰਦਾ। ਹੁਣ ਮਹਾਰਾਜ ਕਹਿੰਦੇ ਨੇ ਆਪੇ ਸ੍ਰੀ ਸਭ ਸਾਜੀਆਂ ਆਪੇ ਨਦਰ ਕਰੇ। ਭਾਈ ਇੱਥੇ ਬੰਦੇ ਦੇ ਵੱਸ ਦੀ ਬਾਤ ਹੀ ਨਹੀਂ ਹੈ। ਉਸ ਪ੍ਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ ਨਦਰ ਕਰਦਾ ਹੈ। ਜਿਸ ਨੂੰ ਉਸਨੇ ਆਪਣੇ ਨਾਲ ਮਿਲਾਉਣਾ ਹੈ ਉਹਦੇ ਉੱਤੇ ਉਸ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ। ਜੇ ਅਸੀਂ ਥੋੜ੍ਹਾ ਬਹੁਤ ਰੱਬ ਦੇ ਨਾਲ ਜੁੜੇ ਹਾਂ, ਅਸੀਂ ਮਤ ਸਮਝੀਏ ਅਸੀਂ ਜੁੜੇ ਹਾਂ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਮੈਂ ਫਿਰ ਅੰਮ੍ਰਿਤ ਛਕਿਆ, ਪਹਿਲਾਂ ਤੇ ਮੈਂ ਇੱਦਾਂ ਦਾ ਸੀ ਉੱਦਾਂ ਦਾ ਸੀ, ਫਿਰ ਮੈਂ ਇੰਨੇ ਸਾਲ 'ਚ ਮੈਂ ਅੰਮ੍ਰਿਤ ਛਕਿਆ। ਨਹੀਂ, ਸ਼ਬਦ ਸਾਡਾ ਗਲਤ ਹੈ। ਸ਼ਬਦ ਹੋਣਾ ਚਾਹੀਦਾ ਕਿ ਇਸ ਸਾਲ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਦੀ ਨਜ਼ਰ ਹੋ ਗਈ, ਮਾਲਕ ਦੀ ਰਹਿਮਤ ਹੋ ਗਈ। ਅਸੀਂ ਹੰਕਾਰ ਤੋਂ ਬਚ ਕੇ ਰਹਿਣਾ ਹੈ। ਮਹਾਰਾਜ ਕਹਿੰਦੇ ਨੇ ਜੇ ਤੂੰ ਚੰਗੇ ਪਾਸੇ ਤੁਰਿਆ ਹੈ ਭਲਿਆ, ਇਹਦੇ ਵਿੱਚ ਤੇਰੀ ਸਿਆਣਪ ਨਹੀਂ, ਇਹਦੇ ਵਿੱਚ ਤੇਰੀ ਕੋਈ ਚਤੁਰਾਈ ਨਹੀਂ, ਤੇਰੀ ਕੋਈ ਚਲਾਕੀ ਨਹੀਂ। ਇਹ ਉਹਦੀ ਨਜ਼ਰ ਹੋ ਗਈ ਤੇਰੇ ਤੇ ਉਹਦੀ ਰਹਿਮਤ ਹੋ ਗਈ ਹੈ, ਬਖਸ਼ਿਸ਼ ਹੋ ਗਈ ਹੈ, ਤੇਰਾ ਜੀਵਨ ਉਸਨੇ ਬਦਲਤਾ ਹੈ। ਇਸ ਲਈ ਉਸ ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਾਜੀ ਹੈ ਤੇ ਕਿਸ ਨੂੰ ਆਪਣੇ ਨਾਲ ਲਾਉਣਾ ਹੈ ਉਹਦੇ ਉੱਤੇ ਉਸ ਮਾਲਕ ਦੀ ਨਜ਼ਰ ਹੋ ਜਾਂਦੀ ਹੈ, ਉਹਦੀ ਦ੍ਰਿਸ਼ਟੀ ਪੈ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਨਾਨਕ ਨਾਮ ਵਡਿਆਈਆਂ ਜੈ ਭਾਵੈ ਤੈ ਦੇ। ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਵਡਿਆਈਆਂ। ਭਾਈ ਜਿਹਦੇ ਉੱਪਰ ਉਹਦੀ ਨਜ਼ਰ ਪੈ ਜਾਂਦੀ ਹੈ ਉਹਨੂੰ ਨਾਮ ਦੇ ਵਿੱਚ ਜੋੜ ਕੇ ਵਡਿਆਈਆਂ ਦਿੰਦਾ। ਨਾਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੋਈ ਹੈ, ਨਾਮ ਦੇ ਵਿੱਚ ਜੋੜ ਕੇ। ਮਹਾਰਾਜ ਕਹਿੰਦੇ ਨੇ ਜੈ ਭਾਵੈ ਤੈ ਦੇ। ਜਿਹਨੂੰ ਦੇਣੀ ਯੋਗ ਬਣਦੀ ਹੈ ਉਹਨੂੰ ਬਖਸ਼ਿਸ਼ ਕਰਦਾ ਹੈ। ਪਰਮਾਤਮਾ ਯੋਗਤਾ ਵੇਖ ਕੇ, ਬਿਲਕੁਲ ਯੋਗਤਾ ਵੇਖ ਕੇ ਫਿਰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ ਤੇ ਨਾਮ ਦੇ ਵਿੱਚ ਜੋੜ ਕੇ ਸਾਰੀਆਂ ਵਡਿਆਈਆਂ ਬਖਸ਼ਿਸ਼ ਕਰ ਦਿੰਦਾ ਹੈ। ਜਿੰਨੀਆਂ ਵਡਿਆਈਆਂ ਨਾਮ ਦੇ ਵਿੱਚ ਨੇ ਕਿਤੇ ਹੋਰ ਨਹੀਂ ਹਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਆਪਣੇ ਸ਼ਬਦ ਦੀ ਵਿਚਾਰ ਬਖਸ਼ਿਸ਼ ਕੀਤੀ। ਆਪ ਜੀ ਨੇ ਬਹੁਤ ਪਿਆਰ ਟਿਕਾਓ ਦੇ ਨਾਲ ਸ਼ਬਦ ਦੀ ਵਿਚਾਰ ਸਾਧ ਸੰਗਤ ਜੀਓ ਸਰਵਣ ਕੀਤੀ ਹੈ। ਸੋ ਕਥਾ ਕਰਦਿਆਂ ਅਨੰਤ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣਾ। ਸਤਿਗੁਰੂ ਜੀ ਸਮੱਤੀ ਬਖਸ਼ਿਸ਼ ਕਰ। ਆਪ ਗੁਰਸਿੱਖ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਸਤਿਗੁਰੂ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ, ਸਰੀਰਕ ਤੰਦਰੁਸਤੀ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਮਹਾਰਾਜ ਆਉਣ ਵਾਲਾ ਸਮਾਂ ਸੁਹਾਵਣਾ ਬਖਸ਼ਿਸ਼ ਕਰਨ ਤਾਂ ਕਿ ਵੱਧ ਤੋਂ ਵੱਧ ਗੁਰੂ ਘਰਾਂ ਦੇ ਵਿੱਚ ਸੰਗਤ ਦੀ ਆਮਦ ਹੋਵੇ, ਰੌਣਕ ਹੋਵੇ। ਆਓ ਬੜੇ ਪਿਆਰ ਦੇ ਨਾਲ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।